ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਝਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਨ ਕੇ ਚਰਨ ਵਸੈ ਮੇਰਹੀਆ ਰੈ ਸੰਗ ਪੁਨੀਤਾਂ ਦੇਹੀ ਜਨ ਕੇ ਧੂਰ ਦੇਹੁ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੈ ਮੇਰਹੀਆ ਰੈ ਸੰਗ ਪੁਨੀਤਾਂ ਦੇਹੀ ਜਨ ਕੇ ਧੂਰ ਦੇਹੁ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ
ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨ ਆਪ ਜੀ ਵੱਡੇ ਭਾਗਾਂ ਵਾਲੇ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਮਹਲਾ ਪੰਜਵਾਂ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਧਨਾਸਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 679 680 ਦੇ ਉੱਤੇ ਸੁਭਾਈਮਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਇਸ ਪਾਵਨ ਹੁਕਮ ਰਾਹੀਂ ਸਾਡੇ ਤੇ ਕਿਰਪਾ ਕੀਤੀ ਕਿ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਔਰ ਜਿਹਨੂੰ ਗੁਣ ਗਾਉਂਦਿਆਂ ਗਾਉਂਦਿਆਂ ਉਸ ਰੱਬ ਦੇ ਪਰਮੇਸ਼ਰ ਦੇ ਨਾਲ ਪਿਆਰ ਪੈ ਜੇ। ਅਸਲ ਵਿੱਚ ਸਭ ਤੋਂ ਵੱਡਾ ਸੂਰਮਾ ਸੰਸਾਰ ਵਿੱਚ ਉਹਨੂੰ ਹੀ ਮੰਨਿਆ ਜਾਂਦਾ ਹੈ। ਸੂਰਮਾ ਉਹ ਹੈ ਕਿ ਜਿਹਨੇ ਅੰਦਰ ਆਪਣੇ ਆਤਮੇ ਨੂੰ ਜਿੱਤ ਲਿਆ। ਪਰ ਸਤਿਗੁਰੂ ਜੀ ਨੇ ਪਾਵਨ ਬਚਨ ਰਹਾਉ ਦੀਆਂ ਪੰਕਤੀਆਂ ਵਿੱਚ ਜਿਹੜੇ ਕਹੇ ਨੇ ਕਿ ਠਾਕੁਰ ਗਾਈਐ ਆਤਮ ਰੰਗ। ਠਾਕੁਰ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਕਿਸੇ ਵੀ ਨਾਮ ਦੇ ਨਾਲ ਯਾਦ ਕਰ ਲਈਏ, ਅੱਲਾ ਕਹਿ ਲਈਏ, ਵਾਹਿਗੁਰੂ ਕਹਿ ਲਈਏ, ਰਾਮ ਕਹਿ ਲਈਏ, ਖੁਦਾ ਕਹਿ ਲਈਏ, ਬਿਠਲ ਕਹਿ ਲਈਏ, ਉਹ ਠਾਕੁਰ ਜਿਹੜਾ ਸਭ ਦਾ ਮਾਲਕ ਹੈ। ਉਹਨੂੰ ਗਾਉਣਾ ਚਾਹੀਦਾ, ਉਹਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਤੇ ਫਿਰ ਕਿਵੇਂ ਗਾਉਣਾ ਚਾਹੀਦਾ? ਕਹਿੰਦੇ ਆਤਮ ਰੰਗ, ਅੰਦਰ ਦੇ ਰੰਗ ਵਿੱਚ ਭਿੱਜ ਕੇ। ਔਰ ਇੱਥੇ ਰੰਗ ਦਾ ਜਿਹੜਾ ਭਾਵ ਅਰਥ ਪਿਆਰ ਹੈ, ਪਿਆਰ ਦੇ ਵਿੱਚ ਭਿੱਜ ਕੇ। ਵੈਸੇ ਰੰਗ ਜਦੋਂ ਬਾਹਰ ਦੇ ਵੀ ਦੇਖੀਏ ਨਾ, ਤੇ ਰੰਗ ਭਾਵੇਂ ਬਹੁਤ ਸਾਰੇ ਨੇ, ਪਰ ਕਦੇ ਨੇੜੇ ਹੋ ਕੇ ਦੇਖੀਏ ਤੇ ਕੋਈ ਜਿੰਨੇ ਵੀ ਰੰਗ ਨੇ ਕੋਈ ਨਾ ਕੋਈ ਪ੍ਰਭਾਵ ਉਹ ਆਪਣਾ ਜ਼ਰੂਰ ਪਾਉਂਦਾ ਹੈ। ਬਾਹਰਲਾ ਰੰਗ ਵੀ ਪ੍ਰਭਾਵ ਪਾਉਂਦਾ ਹੈ। ਔਰ ਦੇਖੋ ਰੰਗ ਨੇ ਬਹੁਤ ਸਾਰੇ ਵਰਤੇ ਗਏ। ਇਸਲਾਮ ਮਤ ਦੇ ਵਿੱਚ ਹਰਾ ਰੰਗ ਜਿਹੜਾ ਹੈ ਉਹਨਾਂ ਨੂੰ ਬੜਾ ਪਾਉਂਦਾ ਹੈ। ਔਰ ਕਾਰਨ ਇਹ ਸੀ ਕਿ ਉਹਨਾਂ ਦੇ ਜਿਹੜੇ ਮੋਢੀ ਨੇ ਉਸ ਅਰਬ ਦੇਸ਼ ਦੇ ਵਿੱਚ ਪੈਦਾ ਹੋਏ ਕਿ ਜਿੱਥੇ ਸੈਂਕੜੇ ਕੋਹ ਤੱਕ ਕੋਈ ਵੀ ਹਰਿਆ ਭਰਿਆ ਰੁੱਖ ਨਜ਼ਰ ਹੀ ਨਹੀਂ ਸੀ ਆਉਂਦਾ। ਇਹ ਜਿਹੜਾ ਰੰਗ ਹੈ ਪ੍ਰਭਾਵ ਪਾਉਂਦਾ ਹੈ। ਇਹ ਬਾਹਰ ਦਾ ਰੰਗ ਲਾਲ ਰੰਗ, ਜਿਹਨੂੰ ਪਿਆਰ ਦਾ ਰੰਗ ਵੀ ਮੰਨਿਆ ਗਿਆ। ਇਹ ਬਾਹਰ ਦਾ ਲਾਲ ਰੰਗ ਜਿਹਨੂੰ ਖੁਸ਼ੀ ਦਾ ਰੰਗ ਵੀ ਮੰਨਿਆ ਗਿਆ।
और सतगुरु जी ने किरपा की ये बाहर के रंग भी साढ़े जीवन च किते ना किते प्रभाव पाते हैं कि विआह शादियों के विच लाल रंग के कपड़े पाने असल में खुशी का एक प्रतीक होंदा सी। और सतगुरु जी कहते हैं उस परिपूर्ण परमात्मा को गाउणा ते अंदरों खुश हो के। रंग का भावर्थ प्यार है। और धन गुरु कलगीधर पातशाह जी ने पावन बचन भी कहे ने कि जिन्हों उस परिपूर्ण परमात्मा के नाल एक रत्ती भर भी प्यार नहीं तो सच जानो उस रब के दर तो उनकी कीमत भी रत्ती जी नहीं। और रत्ती शब्द आप जी समझते हो, रत्ती एक रुख है असल में कि जिन्हों हज़ारां की गिनती के विच फल लगते हैं फुल लगते हैं और सारे का आकार ते साइज कुदरत ने खेड ऐसी बनाई कि इको जिहा होंदा है। और ये कारण से कि रत्ती नूं तोल का सब तो पहला वड्डा बनाया गया। ये रत्ती वैसे लाल रंग की होती है। ये जम्मू कश्मीर वाले पासे किते किते अज भी मिल जाती है। और धन गुरु कलगीधर पातशाह जी के पावन बचन ने रत्ती शब्द वैसे लेंदे पंजाब विच लाल रंग नूं भी रत्ता ही कहते हैं, रत्ता रंग। रत्ता ये जिहड़ी रत्त है खून है ये भी रत्ता लाल रंग का है। और ये खून साडे जीवन का कह ली कि आधार है, इनके बिना जीवन चलता ही नहीं। और धन गुरु कलगीधर पातशाह जी वचन करते हैं सच जानी जे इस खून तो बिना जीवन नहीं चलता, प्यार तो बिना नहीं आत्मक जीवन नहीं जे चलता। उत्थे गुरु साहब जी ने पावन वचन वरते कि एक रत्ती बिन एक रत्ती के, जिनके अंदर रत्ती भर भी प्यार नहीं फिर साईं के दर तो उनकी कीमत भी रत्ती जिन्नी नहीं। पर सतगुरु जी कहते हैं उनके गुणों को गाउणा चाहिए और प्यार के विच। पद्दा चट्टी नहीं जिन्होंने गुरु साहब जी कहते हैं पद्दा चट्टी जो भरे ना गुण ना उपकार, कि जे करना ही करना है बस पद्दा चट्टी के मेरी ड्यूटी है। और ध्यान भावें किसी होर पासे हो पूरा जपजी साहब पढ़ जे पूरियां 5 बाणियां पढ़ जे तो बाद में पता लगे कि पाठ सारे हो गए क्योंकि ध्यान ही नहीं पद्दा चट्टी ने गुरु साहब जी कहते हैं गुण गाउणे ही चाहिए ने। उवें तो गाए हुए जिहड़ा पद्दा चट्टी नाल होना और किसी ना गुण ते ना उपकार। ठाकुर गाइए आत्म रंग अंदर दे प्यार नाल भिज के गाउणा चाहिए है। फिर सतगुरु जी तो पूछिए कि सतगुरु जी ये आत्म रंग अंदर का प्यार मिलेगा किवें? ये घर बैठे मिल जाएगा? 12-12 बजे तक बिस्तर विच पै रहिए तो मिल जाएगा? सतगुरु जी ने कृपा की पहले ये अंदर का रंग अंदर का प्यार मिलेगा जरूर, पर मिलेगा गुरु की संगत विच। और सतगुरु जी फिर उत्थे कृपा भी करते हैं। प्यार तो बिना भगती नहीं हो सकती तो भगते तो बिना रब गुरु परमेश्वर कुछ नहीं जीता। तो ये प्यार जिहड़ा संगत तो बिना नहीं मिलता। सतगुरु का पावन वचन है साध संगत बिन भौ नहीं उपजै। भौ का अर्थ डर भी है, अदब भी है, प्यार भी है। साध संगत तो बिना ये अंदर पैदा नहीं होना। साध संगत बिन भौ नहीं उपजै तो कहते ने भौ भै तो बिना भाव तो बिना फिर उनकी भगती नहीं, उनकी सेवा नहीं की जा सकती। साध संगत बिन भै नहीं उपजै तो कहते भाव बिन भगत ना होए तेरी। जे अंदर भै भावनी नहीं तो भगती हो भी नहीं सकती। हुण सतगुरु जी कहते हैं प्यार ये गुरु की संगत में मिलना है तो प्यार दे नाल गाओ, प्यार दे नाल सुनो। प्यार दे नाल गाउण दा अर्थ नहीं कि हिक्का लंबियां ला के बड़ी हौली हौली जी पढ़ी जाना तो उन्होंने प्यार कह दिता। प्यार की है जी सौखी जी भाषा में समझ लो भी प्यार की है। जिंदे नाल प्यार करते हुए उनकी गल फिर कदे सुट्टी दी नहीं।
ਉਹਦੀ ਕਹੀ ਹੋਈ ਗੱਲ ਬੰਦਾ ਕਦੇ ਭੁੱਲਦਾ ਨਹੀਂ। ਧੀ ਨੂੰ ਪਿਆਰ ਕਰਨੇ ਹਾਂ, ਪੁੱਤਰ ਨੂੰ ਪਿਆਰ ਕਰਨੇ ਆ। ਔਰ ਸਾਡੀ ਆਮ ਘਰਾਂ ਦੀ ਕਹਾਣੀ ਸਾਰਿਆਂ ਦੀ ਹੁੰਦੀ ਕਿ ਧੀ ਪੁੱਤਰ ਕੋਈ ਮੰਗ ਰੱਖੇ ਤੇ ਜਿੱਥੋਂ ਤੱਕ ਹੋ ਸਕੇ ਭਾਵੇਂ ਅੱਡੀਆਂ ਚੁੱਕ ਕੇ ਵੀ ਜ਼ੋਰ ਲਾਉਣਾ ਪਏ, ਕਿ ਮਾਂ ਪਿਓ ਜ਼ੋਰ ਲਾਉਂਦੇ ਨੇ ਕਿ ਇਹਦੀ ਮੰਗ ਪੂਰੀ ਹੋ ਜਾਵੇ। ਕਈ ਵਾਰੀ ਮੰਗ ਵੀ ਨਜਾਇਜ਼ ਵੀ ਰੱਖ ਦਿੰਦੇ ਨੇ, ਔਰ ਬਹੁਤੇ ਫਿਰ ਨਜਾਇਜ਼ ਵੱਲੇ ਵੀ ਨਹੀਂ ਧਿਆਨ ਦਿੰਦੇ, ਕਿਉਂਕਿ ਗੱਲ ਕਹੀ ਹੈ ਪਿਆਰ ਹੈ ਉਹ ਜਿੱਤੇ ਹੈ। ਹੁਣ ਪਿਆਰ ਦਾ ਅਰਥ ਤਾਂ ਇਹੀ ਹੈ ਨਾ ਕਿ ਜੇ ਗੁਰੂ ਦੇ ਨਾਲ ਪਿਆਰ ਹੈ, ਗੁਰੂ ਦੇ ਕਹੀ ਹੋਈ ਗੱਲ ਸਾਨੂੰ ਚੇਤੇ ਰਹੇ। ਪਿਆਰ ਇਹੀ ਹੈ ਕਿ ਗੁਰੂ ਨੇ ਜੋ ਕਿਹਾ ਉਹ ਅਸੀਂ ਮੰਨਣਾ ਹੈ। ਜੇ ਗੁਰੂ ਨੇ ਕਿਹਾ ਹੈ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ ਤੇ ਫਿਰ ਝੂਠ ਨਹੀਂ ਬੋਲਣਾ। ਜੇ ਗੁਰੂ ਨਾਲ ਪਿਆਰ ਹੈ, ਗੁਰੂ ਨੇ ਕਿਹਾ ਹੈ ਕਿ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਫਿਰ ਅਸੀਂ ਮੁਰਦਾ ਨਹੀਂ ਖਾਣਾ, ਫਿਰ ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ। ਹੁਣ ਪਿਆਰ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਪਿਆਰ ਦੇ ਵਿੱਚ ਭਿੱਜ ਕੇ ਗੁਣ ਗਾਉਣੇ, ਉਹਨੂੰ ਚੇਤੇ ਰੱਖਣਾ। ਪਿਆਰ ਦਾ ਅਰਥ ਤੇ ਇਹਨਾਂ ਦੇ ਬਚਨਾਂ ਨੂੰ ਮੰਨਣਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਦੇ ਗੁਣ ਬੜੇ ਨੇ। ਠਾਕੁਰ ਗਾਈਏ ਆਤਮ ਰੰਗ, ਗਾਉਣੇ ਚਾਹੀਦੇ ਨੇ ਅੰਦਰ ਦੇ ਪਿਆਰ ਵਿੱਚ ਭਿੱਜ ਕੇ। ਪਰ ਹੈ ਉਹ ਬੜਾ ਵੱਡਾ, ਉਹਦੇ ਗੁਣ ਬੇਅੰਤ ਨੇ। ਤੇ ਗੁਣਾਂ ਨੂੰ ਕਿਤੇ ਗਾਉਂਦੇ ਗਾਉਂਦੇ ਇਹ ਭੁਲੇਖੇ ਵਿੱਚ ਨਾ ਪੈ ਜੀ ਕਿ ਮੈਂ ਰੱਬ ਦਾ ਕਿਤੇ ਅੰਤ ਹੀ ਪਾ ਲਿਆ ਹੈ। ਉਹਦੇ ਗੁਣ ਪੂਰਨ ਤੌਰ ਤੇ ਗਾਏ ਨਹੀਂ ਜਾ ਸਕਦੇ, ਪਰ ਜਿੰਨੇ ਗਾਏ ਜਾਣ ਉਹਨੂੰ ਗਾ ਕੇ ਭੁਲੇਖਾ ਵੀ ਨਾ ਪਾ ਲਈ ਕਿ ਮੈਂ ਉਹਦੇ ਸਾਰੀ ਗੁਣ ਗਾ ਲਏ। ਗੁਰੂ ਸਾਹਿਬ ਦਾ ਇੱਕ ਪਾਵਨ ਬਚਨ ਹੈ, ਕਹਿੰਦੇ ਊਚ ਅਪਾਰ ਬੇਅੰਤ ਸੁਆਮੀ। ਹੁਣ ਬੇਅੰਤ ਦਾ ਅਰਥ ਤੇ ਇਹ ਨਹੀਂ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਬੜਾ ਵੱਡਾ ਹੈ, ਬੜਾ ਉੱਚਾ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਤੇਰੇ ਗੁਣਾਂ ਨੂੰ ਤੇ ਕੋਈ ਨਹੀਂ ਜਾਣ ਸਕਦਾ, ਪਰ ਜਿੰਨਾ ਕੋ ਕਿਸੇ ਨੇ ਜਾਣਿਆ, ਜਿੰਨੇ ਗਾਏ, ਜਿੰਨੇ ਸੁਣੇ, ਉਹਦਾ ਪਾਰ ਉਤਾਰਾ ਜ਼ਰੂਰ ਹੋ ਗਿਆ। ਠਾਕੁਰ ਗਾਈਏ ਆਤਮ ਰੰਗ, ਜਿਹਨੇ ਪ੍ਰੇਮ ਦੇ ਵਿੱਚ ਭਿੱਜ ਕੇ ਸੁਣੇ, ਤੇ ਕੇਵਲ ਸੁਣੇ ਹੀ ਨਹੀਂ, ਸੁਣ ਕੇ ਉਹਨਾਂ ਨੂੰ ਮੰਨਿਆ ਨਹੀਂ। ਉਹ ਗੁਰੂ ਸਾਹਿਬ ਜੀ ਕਹਿੰਦੇ ਨੇ ਗਾਵਤੇ ਉਤਰੇ ਸੁਣਤੇ ਉਤਰੇ, ਬਿਨ ਸੇ ਪਾਪ ਕਨੇਰੇ ਕਨੇਰੇ ਪਾਪ। ਕਿੰਨੇ ਕੁ ਪਾਪ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਪਤਾ ਹੀ ਨਹੀਂ ਕਿੰਨੇ ਕੁ ਜਨਮਾਂ ਦੇ ਕੀਤੇ ਹੋਏ ਪਾਪ ਨੇ, ਕਿੰਨੇ ਜਨਮਾਂ ਦੀ ਮੈਲ। ਤੇ ਉਹ ਮੈਲ ਵੀ ਇਵੇਂ ਦੀ ਹੋਰ ਯਤਨਾਂ ਨਾਲ ਸਾਫ਼ ਵੀ ਨਹੀਂ ਹੋਈ। ਗੁਰੂ ਸਾਹਿਬ ਨੇ ਉਦਾਹਰਣ ਦਿੱਤੀ, ਜਿਵੇਂ ਇੱਕ ਤੇਲੀ ਕੋਲ ਇੱਕ ਕੱਪੜਾ ਹੈ, ਉਹ ਤੇਲ ਕੱਢਦਾ ਕੱਢਦਾ ਕੱਪੜੇ ਨਾਲ ਕੁੱਲ ਨੂੰ ਤੇ ਸਾਫ਼ ਕਰ ਲੈਂਦਾ ਹੈ, ਪਰ ਇੱਕ ਤਰੀਕੇ ਤੇ ਸਾਫ਼ ਕਰ ਲਏ ਉਹ ਕੱਪੜਾ, ਉਹ ਲੇਰ, ਉਹਨੂੰ ਭਾਵੇਂ 100 ਵਾਰੀ ਸਾਬਣ ਲਾਏ, ਸਰਫ ਲਾਏ, ਕਈ ਤਰ੍ਹਾਂ ਦੇ ਕੈਮੀਕਲ ਪਾਏ, ਪਰ ਉਹ ਉਵੇਂ ਦਾ ਚਿੱਟਾ ਦੁਬਾਰੇ ਵਰਤ ਕੇ ਹੋਣਾ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ, ਇਹ ਚਿੱਟਾ ਹੋ ਸਕਦਾ ਹੈ। ਬਸ ਇਹਨੂੰ ਨਾਮ ਦਾ ਸਾਬਣ ਲਾਈ, ਨਾਮ ਦੇ ਨਾਲ ਇਹਨੂੰ ਧੂਲੀ ਸਾਫ਼ ਹੋ ਜਾਏਗਾ। ਉੱਥੇ ਗੁਰੂ ਸਾਹਿਬ ਜੀ ਨੇ ਉਦਾਹਰਣ ਦਿੱਤੀ, ਜਨਮ ਜਨਮ ਕੇ ਇਸ ਮਨ ਕੋ ਮਨ ਲਾਗੇ, ਕਾਲਾ ਹੋਆ ਸਿਆਹੋ, ਖਨਲੇ ਧੋਤੇ ਉਜਲੇ ਨਾ ਹੋਵੇ, ਜੇ 100 ਧੋਵਣ ਪਾਹੋ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਧੋਤੀ ਤੇ ਉਜਲੀ ਨਹੀਂ ਹੁੰਦੀ, ਪਰ ਇਹ ਜਿਹੜੇ ਮੱਤ ਜਨਮਾਂ ਜਨਮਾਂ ਦੀ ਭਰੀ ਗਈ ਹੈ ਨਾ, ਮੈਲੀ ਹੋ ਗਈ, ਇਹ ਜ਼ਰੂਰ ਸਾਫ਼ ਹੋ ਜਾਏਗੀ ਜੇ ਆਤਮ ਰੰਗ ਦੇ ਵਿੱਚ ਭਿੱਜ ਕੇ ਗਏਗਾ। ਪਰ ਇਹ ਮੱਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹੁਣ ਸਤਿਗੁਰੂ ਕਹਿੰਦੇ ਨੇ ਨਾਮ, ਉਹਦੇ ਗੁਣਾਂ ਨੂੰ ਗਾਉਣਾ। ਜਿਨ੍ਹਾਂ ਨੇ ਗਾਇਆ ਉਹਨਾਂ ਦਾ ਪਾਰ ਉਤਾਰ ਹੋ ਗਿਆ, ਜਿਨ੍ਹਾਂ ਨੇ ਸੁਣਿਆ ਉਹਨਾਂ ਦਾ ਉਧਾਰ ਹੋ ਗਿਆ। ਗਾਵਤੇ ਉਤਰੇ ਸੁਣਤੇ ਉਤਰੇ, ਬਿਨ ਸੇ ਪਾਪ ਕਨੇਰੇ। ਔਰ ਕਿੰਨਾ ਕਿੰਨਾ ਨੂੰ ਉਤਾਰਿਆ, ਕਹਿੰਦੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ,
ਪਾਹਣ ਪਾਰ ਉਤਾਰੇ। ਹੁਣ ਦੇਖੋ ਇੱਥੇ ਬਹੁਤ ਸਾਰੀਆਂ ਸਾਨੂੰ ਕਹਾਣੀਆਂ ਤੇ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਗੁਰੂ ਸਾਹਿਬ ਨੇ ਸ਼ਬਦ ਸੁਣਾਇਆ, ਕਿਸੇ ਸ਼ੇਰ ਦਾ ਉਦਾਹਰ ਹੋ ਗਿਆ। ਗੁਰੂ ਸਾਹਿਬ ਨੇ ਸ਼ਬਦ ਸੁਣਾਇਆ ਤੇ ਪਸ਼ੂ ਦਾ ਉਦਾਹਰ ਹੋ ਗਿਆ। ਅਸਲ ਵਿੱਚ ਕੋਈ ਪਸ਼ੂ, ਗੁਰੂ ਸਾਹਿਬ ਜੀ ਨੇ ਪਸ਼ੂਆਂ ਨੂੰ ਸੁਣਾਉਣ ਵਾਸਤੇ ਇਹ ਬਾਣੀ ਉਚਾਰਨ ਨਹੀਂ ਕੀਤੀ। ਇਹ ਪਸ਼ੂ, ਪ੍ਰੇਤ, ਮੁਗਧ, ਇਹ ਬੰਦੇ ਦੇ ਅੰਦਰ ਦੀਆਂ ਬਿਰਤੀਆਂ, ਜਿਹੜਾ ਹੈ ਤੇ ਬੰਦਾ, ਜਿਹਨੂੰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਕਰਤੂਤ ਪਸ਼ੂ ਕੀ, ਮਾਨਸ ਜਾਤ ਹੈ ਤੇ ਬੰਦਾ ਹੀ, ਪਰ ਕਰਤੂਤਾਂ ਕਰਕੇ ਜਿਹੜੇ ਪਸ਼ੂ ਵਰਗੇ ਨੇ ਉਹਨਾਂ ਨੂੰ ਉਦਾਹਰਨ, ਉਹਨਾਂ ਦਾ ਉਦਾਹਰਨ ਹੋ ਗਿਆ। ਔਰ ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਐਸੇ ਪਾਵਨ ਸ਼ਬਦ ਵਰਤੇ ਨੇ। ਇਸ ਮਨ ਨੂੰ ਸਮਝਾਉਂਦੇ ਹੋਏ ਕਿਤੇ ਨੂੰ ਹਾਥੀ ਕਿਹਾ, ਕਿਤੇ ਇਹਨੂੰ ਖੋਤਾ ਕਿਹਾ, ਕਿਤੇ ਇਸ ਮਨ ਨੂੰ ਬਾਂਦਰ ਕਿਹਾ, ਕਿਉਂਕਿ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਨਾ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਿਆਰ ਦੇ ਵਿੱਚ ਭਿੱਜ ਕੇ ਗਾਇਆ ਜਾਂ ਸੁਣਿਆ, ਉਹ ਪਸ਼ੂ ਬਿਰਤੀ ਵਰਗੇ ਮਨੁੱਖ ਵੀ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਔਰ ਸਤਿਗੁਰੂ ਜੀ ਕਹਿੰਦੇ ਨੇ ਕੇਵਲ ਪਾਰ ਉਤਾਰਾ ਨਹੀਂ, ਮੇਰੇ ਗੁਰੂ ਨੇ ਉਹਨਾਂ ਨੂੰ ਆਮ ਮਨੁੱਖ ਤੋਂ ਦੇਵਤੇ ਬਣਾ ਦਿੱਤਾ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੇ ਵਾਰ। ਬਸ ਪਿਆਰ ਦੇ ਵਿੱਚ ਕੋਈ ਗਾ ਲਵੇ, ਸੁਣ ਲਵੇ ਤੇ ਉਹਨੂੰ ਕੋਈ ਵਾਰ ਸਮਾਂ ਥੋੜ੍ਹੀ ਲੱਗਦਾ ਹੈ, ਦੇਰ ਨਹੀਂ ਲੱਗਦੀ। ਉਹ ਤੇ ਦੇਵਤੇ ਬਣਾ ਦਿੰਦਾ ਹੈ ਪਸ਼ੂਆਂ ਨੂੰ, ਪਸ਼ੂ ਵਾਲੇ ਬਿਰਤੀ ਵਾਲਿਆਂ ਨੂੰ। ਹੁਣ ਸਤਿਗੁਰੂ ਜੀ ਨੇ ਮਨ ਨੂੰ ਸਮਝਾਉਣ ਵਾਸਤੇ ਬਹੁਤ ਸਾਰੇ ਪਾਵਨ ਬਚਨ ਵੀ ਕਹੇ ਨੇ। ਕਿਤੇ ਖੋਤਾ ਕਹਿੰਦੇ ਨੇ ਕਿ ਮਨ ਨੂੰ ਕਹਿੰਦੇ ਨੇ, ਮਨ ਖੁਟਹਰ ਤੇਰਾ ਨਹੀਂ ਬਸਾਸਾ, ਤੂੰ ਮਹਾ ਉਦਮਾਦਾ। ਮਣਾ ਤੂੰ ਤੇ ਖੋਤੇ ਦੀ ਤਰ੍ਹਾਂ ਹੈ, ਤੇਰਾ ਭਰੋਸਾ ਥੋੜ੍ਹੀ ਕੀਤਾ ਜਾ ਸਕਦਾ ਹੈ। ਔਰ ਦੇਖੋ ਖੋਤਾ ਆਪ ਜੀ ਨੇ ਦੇਖਿਆ ਹੋਣਾ, ਉਹਨੂੰ ਪੈਂਖੜ ਪਾਈ ਹੁੰਦੀ, ਅਗਲਾ ਪਿਛਲਾ ਪੈਰ ਬੰਨਿਆ ਹੁੰਦਾ ਹੈ। ਤੇ ਜੇ ਕੋਈ ਕਵੇ ਸਾਨੂੰ ਤਰਸ ਬੜਾ ਹੁੰਦਾ, ਮਾਲਕ ਨੂੰ ਜਾ ਕੇ ਕਹਿੰਦਾ ਪੈਰ ਖੋਲ ਭਾਈ। ਉਹ ਕਹਿੰਦਾ ਜੇ ਪੈਰ ਖੋਲਿਆ ਤਾਂ ਸਭ ਤੋਂ ਪਹਿਲਾਂ ਮੇਰੀਆਂ ਦਲੱਤੀਆਂ ਮਾਰ ਕੇ ਮੇਰੇ ਜਿਹੜੇ ਦੰਦ ਨੇ ਬੱਤੀ ਉਹ ਬਾਹਰ ਕੱਢੇਗਾ। ਜੇ ਇਹਨੂੰ ਖੋਲ ਦਿੱਤਾ ਇਹਨੇ ਦਲੱਤੀ, ਸਭ ਤੋਂ ਪਹਿਲਾਂ ਮੈਨੂੰ ਮਾਰਨੀ ਹੈ। ਮਨ ਵੀ ਤਾਂ ਇਸੇ ਤਰ੍ਹਾਂ ਦਾ ਹੈ। ਔਰ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਕਿ ਉਹ ਖੋਤੇ ਵਾਲਾ ਜ਼ਰੂਰ ਕਹੇਗਾ ਕਿ ਖੋਲਾਂਗਾ ਜ਼ਰੂਰ, ਪਰ ਖੋਲਾਂਗਾ ਉਦੋਂ ਜਦੋਂ 2-4 ਮਣ ਇਹਦੇ ਤੇ ਵਜਨ ਲੱਦਿਆ ਜਾਏ, ਇਹਦੇ ਤੇ ਕੋਈ ਮਿੱਟੀ ਲੱਦ ਲਾ, ਕੁਛ ਹੋਰ ਲੱਦਾ, ਫਿਰ ਖੋਲਾਂਗਾ ਕਿ ਦਲੱਤੀ ਮਾਰਨ ਜੋਗਾ ਰਵੇ ਨਾ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਨ ਨੂੰ ਖੋਤੇ ਦੇ ਨਾਲ ਤੁਲਨਾ ਦਿੱਤੀ ਤੇ ਨਾਲ ਇਹ ਕਿਹਾ ਕਿ ਗੁਰੂ ਦੇ ਸ਼ਬਦ ਦਾ ਉੱਤੇ ਭਾਰ ਰੱਖੀ, ਕਿਉਂਕਿ ਮਨ ਦਾ ਕੋਈ ਪਤਾ ਨਹੀਂ ਦਲੱਤੀ ਕਿੱਥੇ ਮਾਰ ਜਾਏ। ਔਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਮਨ ਨੂੰ ਸਮਝਾਉਣ ਦੀ। ਇੱਕ ਮਿਲਾਦ ਦੀ ਉਦਾਹਰਨ ਆਪ ਜੀ ਆਮ ਸੁਣਦੇ ਵੀ ਕਿ ਅਖੀਰਲਾ ਚੱਕਰ ਲਾਇਆ, ਕੋਈ ਸ਼ੌਕਰ ਭਰੀ ਹੋਈ ਰੁਪਈਆਂ ਦੀ ਥੈਲੀ ਉਹਦੇ ਉਸ ਬੇੜੀ ਵਿੱਚ, ਕਿਸ਼ਤੀ ਵਿੱਚ ਭੁੱਲ ਗਿਆ। ਜਦੋਂ ਕਿਸ਼ਤੀ ਨੂੰ ਬੰਨ੍ਹਦੇ ਹੋਏ ਦੀ ਨਜ਼ਰ ਪਈ, ਥੋੜ੍ਹੀ ਜਿਹੀ ਬੰਨੀ, ਉਹ ਥੈਲੀ ਨੂੰ ਚੁੱਕਿਆ ਤੇ ਭੱਜ ਕੇ ਪਿੱਛੇ ਗਿਆ। ਆਵਾਜ਼ ਮਾਰੀ ਕਿ ਆਹ ਕਿਸੇ ਦੀ ਥੈਲੀ ਹੈ, ਇਹਦੇ ਵਿੱਚ ਰੁਪਈਏ ਜਾਂ ਜੋ ਵੀ ਕੁਛ ਹੈ ਮੈਂ ਦੇਖਿਆ ਵੀ ਨਹੀਂ। ਦੇ ਕੇ ਆਇਆ, ਉੱਥੇ ਮਨ ਇਮਾਨਦਾਰ ਹੈ। ਉਹ ਹੀ ਜਦੋਂ ਮੁਲਾ ਸ਼ਾਮ ਨੂੰ ਘਰ ਜਾਂਦਾ ਹੈ ਤੇ ਛੋਟੇ ਛੋਟੇ ਬੱਚਿਆਂ ਦਾ ਇੱਕ ਦਾ ਪੈਸਾ ਜਿਹੜਾ ਡਿੱਗ ਗਿਆ, ਹਨੇਰਾ ਪੈਣ ਵਾਲਾ ਹੈ, ਉਸ 1 ਰੁਪਈਏ ਤੇ ਜਾਂ ਪੈਸੇ ਦੇ ਉੱਤੇ ਉਹਨੇ ਪੈਰ ਰੱਖ ਲਿਆ ਤੇ ਬੱਚਿਆਂ ਨੂੰ ਕਹਿੰਦਾ, ਬੱਚਿਓ ਦੇਖੋ ਹੁਣ ਉਹ ਹਨੇਰਾ ਪੈਣ ਵਾਲਾ, ਉਹ ਲੱਭਣਾ ਨਹੀਂ, ਘਰ ਨੂੰ ਜਾਓ। ਉਹਨਾਂ ਨੂੰ ਕੱਢ ਕੇ ਚੁੱਕ ਕੇ ਜੇਬ 'ਚ ਪਾ ਲਿਆ, ਕਿਉਂਕਿ ਖੋਤੇ ਦੀ ਤਰ੍ਹਾਂ ਕੋਈ ਪਤਾ ਨਹੀਂ ਨਾ ਦਲੱਤੀ ਕਦੋਂ ਕੋ ਮਾਰ ਜੇ। ਕਿਤੇ ਇਹ ਮਨ ਹੈ ਇੰਨਾ ਇਮਾਨਦਾਰ ਕਿ ਰੁਪਈਆ ਦੀ ਭਰੀ ਹੋਈ ਥੈਲੀ ਭੱਜ ਕੇ ਪਿੱਛੇ ਆਵਾਜ਼ ਮਾਰ ਕੇ ਦੇ ਕੇ ਆਉਂਦਾ ਹੈ, ਤੇ ਕਿਤੇ ਛੋਟੇ ਜਿਹੇ ਬੱਚੇ ਤੇ ਕਦੇ ਪੈਸੇ ਤੇ ਬੇਈਮਾਨ ਹੋ ਜਾਏ। ਔਰ ਸਤਿਗੁਰੂ ਜੀ ਨੇ ਉੱਥੇ ਸਮਝਾਇਆ ਕਿ ਮਨ ਖੋਟਹਰ ਤੇਰਾ ਨਹੀਂ ਵਿਸਾਸਾ, ਤੂੰ ਮਹਾ ਉਦਮਾਦਾ। ਖਰਕਾ ਪੈਂਖਰ ਤਿਉਂ ਛੁਟੈ ਜੋ ਉੱਪਰ ਲਾਦਾ। ਖੋਤੇ ਦਾ ਪੈਂਖਰ ਤਾਂ ਖੋਲ੍ਹਿਆ ਜਾਂਦਾ ਜੇ ਵਜਨ ਉੱਤੇ ਲੱਦਿਆ ਜਾਏ। ਸਤਿਗੁਰੂ ਜੀ ਮਨ ਨੂੰ ਸਮਝਾਉਂਦੇ ਨੇ, ਕਿਤੇ ਬਾਂਦਰ ਦੇ ਨਾਲ ਤੁਲਨਾ ਦਿੰਦੇ ਨੇ
और पशु प्रेत मुग्ध को तारे जिहड़े गुरु साहब ने पावन बचन कहे ने कि मन नूं बांदर नाल तुलना दिंदे ने कि मरकट मुष्टि अनाज के मन बौरा रे। मरकट बांदर एक मुट्ठी दाणियां दे पिछे एक मुट्ठी छोलियां दे पिछे कहते नाचो घर घर बाहर। जिहड़ा आज़ाद घूमदा सी मदारी ने फड़िया घर घर अगे जाके नचा दिता। हुणे बेचारे बांदर नूं थोड़ी पता कि मेरा नाम गुरु ग्रंथ साहिब दे विच लिखिया होया है। समझाया तो सानूं और साडी हालत है किते न किते इसे तरह की। जिहड़े देहधारियां दे पिछे तुरे फिरदे ने डेरियां ते इन्नियां भीड़ां ने, असल विच बिरती तो बांदर वाली है ना कोई लालच है। जो होर ने तो उत्थे लंगर बड़ा वधिया बनदा इस करके भीड़ लगी है। उत्थे जावांगे ये कुछ मिल जाएगा, भीड़ इस करके लग गई क्योंकि अंदर लालच है। हुण गुरु साहब जी कहते हैं ये लालच वाली बिरती, बांदर वाली बिरती, पशुओं वाली बिरती जिहड़ी अंदर सी, जिन्हां ने उस ठाकुर दे शब्द नूं गुणां नूं प्यार दे विच भिज के गाया, मेरे गुरु ने कृपा की, उन्होंने पार उतारा कर दिता। गावते उतरे सुनते उतरे बिन से पाप कनेरे, पशु प्रेत मुग्ध को तारे, पहाड़ पार उतारे पहाड़ पत्थर। हुण पत्थर थोड़ी पानी च तार दिता, भावें कहानियां जिन्नियां मर्जी बना लीए। असल में जिहड़ा मन पत्थर वर्गा सी, किसी कमजोर नूं वेख के भी दया विच नहीं सी हुंदा, किसी की मदद करने वास्ते तैयार नहीं सी। जदों गुरु के शब्द नूं गाया प्यार दे नाल, आत्म रंग दे विच भिज के जदों सुनिया, वो जिहड़ा पत्थर वर्गा हिरदा सी वो गुरु साहिब जी ने मोम वर्गा बना दिता कि दुख किसी नूं होवे उहनूं वेख के सेक तैनूं लगे। हुण सतगुरु जी ने कृपा की, जिन्हां ने आत्म रंग विच भिज के गाया उन्हां ते कृपा की। और गुरु साहब के बहुत सारे पावन बचन ने कि जिन्हां ने सचमुच प्यार दे विच भिज के गाया। मेरे गुरु साहब जी ने पावन बचन किए, कच्चो कंचन भयो शब्द गुर सरवणै सुनियो। वो कच तो सोने वर्गे हो गए जिन्हां ने गुरु के शब्द नूं सुनिया, पर किवें सुनिया? आत्म रंग करके, प्यार करके। केवल सुन के छड्ड नहीं दिता, उन्होंने चेते भी रखिया कि मेरे गुरु का ये हुक्म है, ये कर्म मैं नहीं करना तो ये करना है। सतगुरु जी कृपा करते हैं कि कच्चो कंचन भयो शब्द गुर सरवणै सुनियो, बिखते अमृत होयो नाम सतगुर मुख पढ़ियो। जिन्हों ने मुख तो पढ़िया जपिया वो जहर तो अमृत वर्गी हो गई। अंदर जहर ही है ना जी किसी के प्रति, वो भावें पंथ का होका दे के जहर हो गए, वो भावें जात पात करके हो गए, बहुत सारा है। अंदर की जिहड़ी नफरत है निरा ही जहर है। मेरे गुरु ने कृपा की, जदों प्यार नाल भिज के गाया, वो नफरत नूं प्यार विच बदल दिता, वो अमृत बन गया जिहड़ा जहर सी। बिखते अमृत होयो नाम सतगुर मुख पढ़ियो, लोहो होयो लाल नदर सतगुर जद धारै। जदों गुरु की नज़र हो जाए, गुरु की कृपा हो जाए, फिर वो बेकार जे लोहे वर्गा जिहड़ा है वो भी कीमती लाल बन जाता है। सतगुरु जी कृपा करते हैं जिन्हां ने आत्म रंग दे विच भिज के गाया है। ठाकुर गाइए आत्म रंग शरणी पावण, नाम ते आवण सहज समावण संग। असल विच अंदर दे प्यार विच भिज के गा भी हो सकता जिहड़ा पूर्ण तौर ते नाम नूं ध्याउंदा होया मेरे गुरु के चरणों में समाई जाए। शरणी पावण नाम ध्यावन, नाम ध्याउंदा धुंदे गुरु के शरण में आ जाए। और शरण में की आउणा है, अपना पाव अंदरों बिल्कुल खत्म कर दे। और सहज विच सहज समावण संग गुरु के नाल मिल के
ਸਹਿਜ ਆਤਮਿਕ ਅਵਸਥਾ ਦੇ ਵਿੱਚ ਬਿਲਕੁਲ ਸਮਾ ਜਾ। ਹੁਣ ਸਤਿਗੁਰੂ ਜੀ ਨੇ ਪਾਵਨ ਬਚਨ ਪਹਿਲੀਆਂ ਪੰਕਤੀਆਂ ਵਿੱਚ ਕਹੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਸੂਰਮੇ ਦੁਨੀਆ ਦੇ ਲੋਕ ਮੰਨਦੇ ਹੋਣਗੇ, ਔਰ ਸੂਰਮੇ ਆਪਣੇ ਆਪ ਨੂੰ ਕਹੀ ਵੀ ਜਾਂਦੇ ਨੇ। ਕਿਸੇ ਨੇ ਹੱਥੇ ਬੰਦੇ ਨੂੰ ਕਮਜ਼ੋਰ ਜੇ ਗਰੀਬ ਜੇ ਨੂੰ ਮਾਰ ਕੇ ਇਹ ਕਹਿਣਾ ਕਿ ਅਸੀਂ ਗੁਰੂ ਕੇ ਸੂਰਮੇ ਹਾਂ। ਔਰ ਗੁਰੂ ਸਾਹਿਬ ਨੇ ਸਾਨੂੰ ਕਿਤੇ ਸਿਖਾਇਆ ਨਹੀਂ, ਨਾ ਹੱਥੇ ਦੇ ਉੱਤੇ ਵਾਰ ਹੀ ਕਰਨਾ ਨਹੀਂ ਸਿਖਾਇਆ, ਨੇ ਹੱਥੇ ਨੂੰ ਜਾਨੋਂ ਮਾਰ ਦੇਣਾ ਤਾਂ ਬੜੀ ਵੱਡੀ ਗੱਲ। ਗੁਰੂ ਸਾਹਿਬ ਜੀ ਕਹਿੰਦੇ ਨੇ ਹੱਥੇ ਤੇ ਵਾਰ ਨਹੀਂ ਕਰਨਾ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸੂਰਮੇ ਦੀ ਪਰਿਭਾਸ਼ਾ ਦਿੰਦੇ ਨੇ। ਸੂਰਮਾ ਕੌਣ ਹੈ? ਹੁਣ ਜਿੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਭਾਈ, ਪਰ ਅੰਦਰੋਂ ਭਿੱਜ ਕੇ ਪਿਆਰ ਦੇ ਨਾਲ, ਔਰ ਗਾਉਂਦੀ ਦੁਨੀਆ ਪਈ ਹੈ। ਗਾਉਣ ਦੇ ਤਰੀਕੇ ਢੰਗ ਭਾਵੇਂ ਵੱਖੋ ਵੱਖਰੇ ਹੋ ਗਏ, ਉਹਦੇ ਗੁਣਾਂ ਨੂੰ ਗਾਉਣਾ ਭਾਵੇਂ ਉਹ ਕੀਰਤਨ ਕਰਕੇ ਗਾਇਆ ਜਾਏ, ਪਾਠ ਕਰਕੇ ਗਾਇਆ ਜਾਏ, ਉਹ ਕਥਾ ਵਿਚਾਰ ਕਰਕੇ ਗਾਇਆ ਜਾਏ ਜਾਂ ਸੁਣਿਆ ਜਾਏ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਦੂਸਰਾ ਪੱਖ ਵੀ ਰੱਖਿਆ ਹੈ ਕਿ ਜੇ ਅੰਦਰ ਪਿਆਰ ਨਹੀਂ ਤੇ ਭਾਈ ਤੂੰ ਸੁਰ ਜਿੰਨੀ ਮਰਜ਼ੀ ਮਿੱਠੀ ਲਾ, ਉਸ ਸੁਰ ਦੇ ਨਾਲ ਦੁਨੀਆ ਦੇ ਲੋਕ ਤੇ ਖੁਸ਼ ਹੋ ਜਾਣਗੇ ਕਿ ਵਾਹ ਵਾਹ ਬੜਾ ਕੀਰਤਨ ਕੀਤਾ, ਬੜੀ ਸੋਹਣੀ ਕਥਾ ਕੀਤੀ, ਇੰਨਾ ਰਸ ਪਾਠ ਦੇ ਵਿੱਚ ਕਿ ਸਿਰੇ ਦਾ ਪਾਠੀ ਟੋਪਦਾ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਸਾਹਿਬ ਦੇ ਪਾਵਨ ਬਚਨ ਨੇ ਵੀ ਜੇ ਅੰਦਰ ਪਿਆਰ ਨਹੀਂ ਨਾ, ਫਿਰ ਜਿੰਨਾ ਮਰਜ਼ੀ ਦੁਨੀਆ ਦੇ ਲੋਕ ਕਹਿਣਗੇ ਸਿਰੇ ਦਾ। ਪਰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਸੱਚ ਜਾਣੀ, ਉਹ ਤੇਰਾ ਗਾਇਆ ਹੋਇਆ, ਤੇਰਾ ਪੜ੍ਹਿਆ ਹੋਇਆ, ਸੁਣਾਇਆ ਹੋਇਆ ਇਸ ਤਰ੍ਹਾਂ ਜਿਵੇਂ ਵੈਣ ਪਾ ਕੇ ਚਲਾ ਗਿਆ, ਰੋ ਪਿੱਟ ਕੇ ਚਲਾ ਗਿਆ। ਕਿਉਂਕਿ ਜੇ ਇਹ ਬਚਨ ਕਹੇ ਜਾਣ ਤਾਂ ਬਹੁਤ ਮਿਰਚਾਂ ਵੀ ਲੱਗਦੀਆਂ ਨੇ ਕਿ ਗੁਰੂ ਦੇ ਬਾਣੀ ਦਾ ਕੋਈ ਕੀਰਤਨ ਕਰਦਾ ਹੋਵੇ ਤਾਂ ਉਹਨੂੰ ਇਹ ਕਹਿ ਦਿੱਤਾ ਜਾਏ ਕਿ ਰੋ ਕੇ ਚਲਾ ਗਿਆ, ਕਿਉਂਕਿ ਸਤਿਗੁਰੂ ਦੇ ਪਾਵਨ ਬਚਨ ਨੇ ਨਾ ਇੱਦਾਂ, ਔਰ ਆਪਾਂ ਰੋਜ਼ ਹੀ ਪੜ੍ਹਦੇ ਸੁਣਦੇ ਹਾਂ। ਸਤਿਗੁਰੂ ਜੀ ਨੇ ਤਾਂ ਉਦਾਹਰਣ ਦਿੱਤੀ, ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਗਾਉਣ ਦੇ ਤਰੀਕੇ ਬੜੇ ਨੇ, ਕੋਈ ਨਾਦ ਵਜਾ ਕੇ, ਕੋਈ ਰਾਗਾਂ ਦੇ ਵਿੱਚ ਕਿਸੇ ਵੀ ਢੰਗ ਨਾਲ ਗਾਵੇਗਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਔਰ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਗਾਉਣਾ ਨਹੀਂ ਚਾਹੀਦਾ। ਅੱਜ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਹੈ ਕਿ ਭਾਈ ਗਾਉਣਾ ਚਾਹੀਦਾ, ਠਾਕੁਰ ਗਾਈਏ, ਪਰ ਨਾਲ ਕਹਿੰਦੇ ਨੇ ਆਤਮ ਰੰਗ। ਔਰ ਧੰਨ ਗੁਰੂ ਰਾਮਦਾਸ ਜੀ ਕਹਿ ਰਹੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਪਰ ਉਹ ਹਰੀ ਪਰਮਾਤਮਾ ਰੱਬ ਗੁਰੂ ਕਦੇ ਨਹੀਂ ਜੇ ਖੁਸ਼ ਹੋਣਾ। ਹੁਣ ਅਸੀਂ ਕਹਾਂਗੇ ਕਿ ਗਾਉਣ ਕਰਕੇ ਵੀ ਖੁਸ਼ ਨਹੀਂ ਹੋਣਾ, ਵਿਚਾਰ ਕਰਕੇ ਦੇਖੋ ਕਿਵੇਂ ਖੁਸ਼ ਹੋਏਗਾ। ਜੇ ਗਾਉਣ ਵਾਲਾ, ਸੁਣਾਉਣ ਵਾਲਾ ਜਾਂ ਸੁਣਨ ਵਾਲਾ ਆਪ ਹੀ ਖੁਸ਼ ਨਹੀਂ, ਅੰਦਰੋਂ ਅੰਦਰ ਕਿਸੇ ਨੂੰ ਗਾਲਾਂ ਕੱਢਦਾ ਹੋਵੇ, ਮੂੰਹ ਤੋਂ ਮਿੱਠਾ ਬੋਲਦਾ ਹੋਵੇ, ਮੱਥੇ ਤੇ ਤਿਉੜੀਆਂ ਪਈਆਂ ਹੋਣ, ਅੰਦਰੋਂ ਕਲਪਦਾ ਹੋਵੇ, ਆਪ ਹੀ ਖੁਸ਼ ਨਹੀਂ, ਤੇ ਰੱਬ ਖੁਸ਼ ਕਿੱਥੋਂ ਹੋ ਜਾਏਗਾ, ਗੁਰੂ ਖੁਸ਼ ਕਿੱਥੋਂ ਹੋ ਜਾਏਗਾ। ਕਿਉਂਕਿ ਪਤਾ ਵੀ ਹੈ ਕਿ ਉਹ ਰੱਬ ਪਰਮੇਸ਼ਰ ਜੇ ਇਸ ਹਿਰਦੇ ਦੇ ਅੰਦਰ ਹੈ, ਆਪਣਾ ਹਿਰਦਾ ਖੁਸ਼ ਨਹੀਂ। ਉੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਿਉਂ ਨਹੀਂ ਰੱਬ ਖੁਸ਼, ਗੁਰੂ ਖੁਸ਼ ਕਿਉਂ ਨਹੀਂ ਹੁੰਦਾ ਜੀ? ਕਿਉਂਕਿ ਅੰਦਰ ਕੁਝ ਹੋਰ ਹੈ। ਕੋਈ ਗਾਵੇ ਰਾਗੇ ਨਾਦੇ ਬੇਦੇ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿੰਨਾ ਅੰਦਰ ਕਪਟ ਵਿਕਾਰ ਹੈ, ਪ੍ਰੇਮ ਦੇ ਸਾਥ ਅੰਦਰ ਕਪਟ ਹੈ, ਅੰਦਰ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਕਹਿੰਦੇ ਉਹਨਾਂ ਦਾ ਗਾਇਆ ਸੁਣਿਆ ਕੇਵਲ ਰੋਣਾ ਥੋੜ੍ਹੀ ਹੈ। ਤੇ ਇਹ ਆਪਾਂ ਜਾਣਦੇ, ਰੋਣ ਧੋਣ ਦੇ ਨਾਲ ਕਦੇ ਕਿਸੇ ਨੂੰ ਕੁਝ ਨਹੀਂ ਮਿਲਦਾ, ਕੁਝ ਵੀ ਪ੍ਰਾਪਤੀ ਨਹੀਂ।
ਸਤਿਗੁਰੂ ਜੀ ਕਿਰਪਾ ਕਰਦੇ ਨੇ, ਹਾਂ ਉਹਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਤੇ ਉਹ ਇਹ ਸੂਰਮਾ ਹੈ ਜਿਹਨੂੰ ਉਹਦੇ ਨਾਮ ਦਾ ਰੰਗ ਚੜ੍ਹ ਗਿਆ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਔਰ ਬੜਾ ਵੱਡਾ ਸੂਰਮਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ ਕਿ ਜਿਹਨੂੰ ਨਾਮ ਦਾ ਰੰਗ ਚੜ੍ਹ ਜੇ ਸਭ ਤੋਂ ਵੱਡਾ ਸੂਰਮਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ, ਇਹ ਜਿਹੜਾ ਕਾਮ ਹੈ, ਕ੍ਰੋਧ ਹੈ, ਲੋਭ ਮੋਹ ਹੰਕਾਰ ਹੈ, ਵੈਸੇ ਇਹਨਾਂ ਦਾ ਵੀ ਆਪੋ ਆਪਣਾ ਰੰਗ ਹੈ। ਇਹ ਰੰਗ ਆਪਾਂ ਵੇਖਦੇ ਆ ਨਾ ਜੀ, ਕਿ ਨਵਾਂ ਵਿਆਹ ਹੋਇਆ, ਮੇਰਾ ਜਵਾਈ ਬਾਹਰ ਦਾ ਰੰਗ ਵੇਖ ਲਿਆ ਕਿ ਬੜਾ ਸੋਹਣਾ ਹੈ, ਸ਼ਕਲ ਸੂਰਤ ਬੜੀ ਸੋਹਣੀ ਹੈ। ਨਹੁੰ ਆਈ ਤੇ ਜਣੇ ਖੜੇ ਨੂੰ ਸੱਸ ਦੱਸਦੀ ਕਿ ਮੇਰੀ ਨਹੁੰ ਵਰਗੀ ਕੋਈ ਨਹੀਂ, ਕਿਉਂਕਿ ਬਾਹਰੋਂ ਸੋਹਣਾ ਹੈ। ਪਰ ਜਦੋਂ ਸਾਲ 2 ਸਾਲ ਪਏ ਫਿਰ ਪਤਾ ਲੱਗਿਆ ਕਿ ਜਵਾਈ ਦਾ ਇਵੇਂ ਦਾ ਰੰਗ ਵੀ ਸੀ। ਇਹ ਸਹੁਰੇ ਘਰ ਵਿੱਚ ਆ ਕੇ ਇੰਨੀਆਂ ਗੰਦੀਆਂ ਗਾਲਾਂ ਵੀ ਕੱਢ ਲੈਂਦਾ ਹੈ। ਇਸ ਨਹੁੰ ਦੀ ਐਡੀ ਲੰਬੀ ਜ਼ੁਬਾਨ ਵੀ ਹੋ ਸਕਦੀ ਹੈ। ਇਹ ਰੰਗ ਤੇ ਵੇਖੀ ਪਹਿਲੀ ਵਾਰ। ਇਹਨਾਂ ਦੇ ਆਪੋ ਆਪਣੇ ਰੰਗ ਨੇ ਤੇ ਪਿਆਰ ਦਾ ਵੀ ਆਪਣਾ ਵੱਖਰਾ ਰੰਗ ਹੈ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਗੱਲ ਮੁਕਾ ਦਿੱਤੀ, ਜੇ ਅੰਦਰ ਪਿਆਰ ਨਹੀਂ ਤੇ ਫਿਰ ਮਤਾ ਸਮਝੋ ਕਿ ਰੱਬ ਤੁਹਾਨੂੰ ਕਿਤੇ ਆ ਕੇ ਛੇਤੀ ਮਿਲ ਜਾਏਗਾ। ਔਰ ਗੁਰੂ ਸਾਹਿਬ ਦਾ ਪਾਵਨ ਬਚਨ ਪੜ੍ਹਦੇ ਆਪਾਂ ਰੋਜ਼ ਹੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਾਂ, ਜਿਹਨੂੰ ਨਾਮ ਦਾ ਰੰਗ, ਪਿਆਰ ਦਾ ਰੰਗ ਚੜ੍ਹ ਗਿਆ, ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਵੱਡਾ ਸੂਰਮਾ ਹੈ। ਤੇ ਕਿੰਨਾ ਕੁ ਵੱਡਾ ਸੂਰਮਾ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਇਹ ਕਾਮ ਕ੍ਰੋਧ ਆਦਿਕ ਬੜੇ ਵੱਡੇ ਸੂਰਮੇ ਨੇ, ਇਹਨਾਂ ਨੂੰ ਮਹਾਬਲੀ ਕਿਹਾ ਹੈ। ਪਰ ਜਿਹਨੂੰ ਨਾਮ ਦਾ ਰੰਗ ਚੜ੍ਹਿਆ ਹੋਵੇ ਉਹ ਇਹਨਾਂ 5 ਮਹਾਬਲੀਆਂ ਨੂੰ ਵੀ ਬੰਨ ਸਕਦਾ ਹੈ, ਗੁਰੂ ਦੀ ਓਟ ਲੈ ਕੇ, ਗੁਰੂ ਦਾ ਆਸਰਾ ਲੈ ਕੇ। ਔਰ ਉਹ ਸਤਿਗੁਰੂ ਦਾ ਪਾਵਨ ਬਚਨ ਹੈ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੂਆ, ਆਪਣੇ ਚਰਨ ਚ ਪਾਇਣ ਵਿੱਚ ਦਈ ਖੜੋਵਾ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ। ਉਹ ਰਹਿੰਦੇ ਨਵਾਂ ਨਰੋਵਾ ਹੈ। ਇਹ ਕਾਮ ਕ੍ਰੋਧ ਨੂੰ ਬੰਨ੍ਹ ਕੇ ਰੱਖਦਾ ਹੈ। ਅਸਲ ਵਿੱਚ ਸੂਰਮਾ ਹੈ ਹੀ ਜਿਹਨੇ ਆਪਣੇ ਅੰਦਰ ਨੂੰ ਜਿੱਤ ਲਿਆ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਮਨ ਜਿੱਤੈ, ਅੰਦਰ ਨੂੰ ਜਿੱਤ ਲੈਣਾ, ਮਨ ਨੂੰ ਜਿੱਤ ਲੈਣਾ। ਮਨ ਜਿੱਤੈ ਜਗ ਜੀਤ, ਐਡਾ ਵੱਡਾ ਸੂਰਮਾ ਸਾਰੇ ਸੰਸਾਰ ਨੂੰ ਜਿੱਤ ਲਿਆ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਤੇ ਕਿਹੜਾ ਸੂਰਮਾ? ਕਹਿੰਦੇ ਆਤਮ ਜਿਣੈ, ਜਿਹਨੇ ਅੰਦਰ ਨੂੰ ਜਿੱਤ ਲਿਆ, ਮਨ ਨੂੰ ਜਿੱਤ ਲਿਆ। ਆਤਮ ਜਿਣੈ ਸਗਲ ਵਸ ਤਾਕੈ, ਤੇ ਅੰਦਰ ਆਤਮ ਨੂੰ ਜਿੱਤ ਕਿਹੜਾ ਸਕਦਾ ਹੈ? ਕਹਿੰਦੇ ਜਾ ਕਾ ਸਤਿਗੁਰ ਪੂਰਾ, ਜਿਹੜੇ ਪੂਰੇ ਗੁਰੂ ਦੇ ਬਣ ਜਾਣ, ਜਿਹੜੇ ਪੂਰੇ ਗੁਰੂ ਦੇ ਗੁਣਾਂ ਨੂੰ ਸੱਚਮੁੱਚ ਪਿਆਰ ਦੇ ਨਾਲ ਗਾ ਲੈਣ ਜਾਂ ਸੁਣ ਲੈਣ। ਠਾਕੁਰ ਗਾਈਐ ਆਤਮ ਰੰਗ, ਸ਼ਰਣੇ ਪਾਵਣ ਨਾਮ ਧਿਆਵਣ, ਸਹਿਜ ਸਮਾਵਣ ਸੰਗ ਰਹਾਉ, ਜਨ ਕੇ ਚਰਨ ਵਸੈ ਮੇਰਹਿ ਅਰੈ, ਸੰਗ ਪੁਨੀਤਾ ਦੇ। ਹੁਣ ਸਤਿਗੁਰੂ ਜੀ ਨੇ ਪਹਿਲੇ ਪਦੇ 'ਚ ਕਿਰਪਾ ਕੀਤੀ ਕਿ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ ਉਹ ਸਭ ਤੋਂ ਵੱਡੇ ਸੂਰਮੇ ਨੇ। ਰਹਾਉ ਦੀਆਂ ਪੰਕਤੀਆਂ 'ਚ ਕਹਿੰਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਪਿਆਰ ਵਿੱਚ ਭਿੱਜ ਕੇ ਗਾਉਣਾ ਚਾਹੀਦਾ। ਜਿਨ੍ਹਾਂ ਦੇ ਅੰਦਰ ਪਿਆਰ ਆ ਜੇ ਉਹ ਹੀ ਸੂਰਮੇ ਨੇ। ਅਤੇ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਚੜ੍ਹ ਗਿਆ, ਅਖੀਰ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਉਹਨਾਂ ਦੇ ਚਰਨ ਮੇਰੇ ਹਿਰਦੇ 'ਚ ਵਸ ਜਾ, ਉਹਨਾਂ ਦੀ ਸੰਗਤ ਨਸੀਬ ਹੁੰਦੀ, ਉਹਨਾਂ ਦੇ ਨਾਲ ਮਿਲ ਕੇ ਸੰਗ ਪੁਨੀਤਾ ਦੇਹੀ, ਇਹ ਮਨ ਵੀ ਤੇ ਇਹ ਦੇਹ ਵੀ ਪਵਿੱਤਰ ਹੋ ਜਾਏ। ਅਖੀਰ ਤੇ ਫਿਰ ਅਰਦਾਸ ਬੇਨਤੀ ਕਰਦੇ ਨੇ, ਐਸੇ ਜਪਣ ਵਾਲਿਆਂ ਦੀ ਸੰਗਤ ਮਿਲੇ। ਜਨ ਕੇ ਧੂਰ ਦੇਹੋ ਕਿਰਪਾ ਨਿਧ, ਧੂਰ ਦਾ ਅਰਥ ਸੰਗਤ, ਉਹਨਾਂ ਦੇ ਨਾਲ ਬਹਿਣਾ ਉੱਠਣਾ ਕਿਤੇ ਹੋ ਜਾਏ, ਕਿਤੇ ਉਸ ਰੱਬ ਦੀ ਗੱਲ ਉਹਨਾਂ ਤੋਂ ਸੁਣ ਕੇ ਇਹ ਪ੍ਰੇਮ ਸਾਡੇ ਅੰਦਰ ਵੀ ਪੈਦਾ ਹੋ ਜਾਏ। ਪੂਰੇ ਪਾਵਨ ਬਚਨ ਆਪਾਂ ਸਾਂਝ ਕਰਕੇ ਆਏ।
कि संगत तो बिना प्यार अंदर पैदा होना नहीं, तो प्यार तो बिना भगती हो ही नहीं सकती। जन के धूर देहो किरपा नित, इस करके धन गुरु अर्जन देव जी ने किरपा की। अपने आप अरदास बेनती करते हैं कि सतगुरु किरपा करो जपण वाले की धूर दिओ, तो सिखा बाणी पढ़ने वाले सुनने वाले ये अपने आप रुक गए अरदास कर कि उन्हें जपण वाले की संगत बख्शे। नानक कै सुख यही, तो धन गुरु अर्जन देव जी कहते हैं भाई साडे लिए सब तो वड्डा सुख ही है कि जपण वाले की संगत मिल जाए। सतगुरु जी कृपा कर हुई बोलन की खिमा। आओ 1-2 मिनट होर रसना के नाल हाजिरी लवाइए, फिर समाप्ति है जी। वाहेगुरु 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 वाहेगुरु। वाहेगुरु 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 वाहेगुरु। वाहेगुरु वाहेगुरु। वाहिगुरु जी का खालसा वाहिगुरु जी की फतेह। रामकली महला तीजा। आनंद एक ओंकार सतगुरु प्रसाद। आनंद पया मेरी माए सतगुरु मैं, सतगुरता पाया सहज सेते मन वजिया। राग रतन परवार परिया शब्द गावण, शब्दो तगावो हरि केरा मन जिने। कह नानक आनंद हुआ सतगुरु मैं, ए मन मेरे तू सदा रहो। हर नाल रहो तू मन मेरे दुख सब, अंगीकारो कर तेरा कारज। सबना गला समरत स्वामी सो क्यों, कह नानक मन मेरे सदा रहो। साचे साहिबा क्या नहीं, करता तेरा सब किश है जिस देह सो। सदा सिफत सलाह तेरी नाम मन, नाम जिन कै मन वसिया वाजे। कह नानक सच्चे साहिब क्या नहीं, कर तेरा साचा नाम मेरा। साच नाम आधार मेरा जन भुखा सब, कर शांत सुख मन आए वसिया जन इच्छा सब। सदा कुर्बान किता गुरु विटो जे दिया। कह नानक सुनो संतो शब्द धरो प्यारो। साचा नाम मेरा वाजे पंच शब्द तित घर सुभागै। घर सुभागै शब्द वाजे करा जित कर। पंच दूत तुद वस कीते काल कंटक। तुर करम पाया तुद जिन को से नाम हर के। कह नानक तहस हुआ तित घर। आनंद सुनो वड भागे हो, सगल मनोरथ पूरे। पार ब्रह्म प्रभ पाया उतरे सगल। दुख रोग संताप उतरे सुने सच्चे। संत साजन भये सरसे पूरे गुर ते।
ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰੂ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰੂ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ ਜੀਉ ਪਿੰਡ ਸਭ ਤੇਰੀਰਾ। ਤੁਮ ਮਾਤ ਪਿਤਾ ਮਰਗ ਤੇਰੀ। ਤੁਮਰੀ ਕਿਰਪਾ ਮੈਂ ਸੁਖ ਕਨੀ। ਹੋਏ ਨ ਜਾਣ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੁਤਰ ਧਾਰੀ। ਤੁਮ ਤੇ ਹੋਏ ਸੋਗਿਆਕਾਰੀ। ਤੁਮਰੀ ਗਤ ਮਿਤ ਤੁਮਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨ। ਬੋਲੋ ਜੀ ਵਾਹਿਗੁਰੂ ਓੰਕਾਰ। ਵਾਹਿਗੁਰੂ ਜੀ ਕੀ ਫਤਿਹ ਜੀ ਭਗਉਤੀ ਤਾਏ। ਵਾਲ ਜੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਤਖਤ ਭਗਉਤੀ ਸਿਵਰ ਗੁਰੂ ਆਪਣੇ ਧਿਆਏ। ਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨਾਮ ਸੁਣ ਸ੍ਰੀ ਹਰਿ। ਸ੍ਰੀ ਅਰਜਨ ਸੰਤ ਧਿਆਈਐ ਜੀ ਜਿੱਥੇ ਸਤ ਜਾਏ। ਤੇਗ ਬਹਾਦਰ ਸਿਮਰਿਐ ਘਰ ਮੰਨ ਜਾਵੇ। ਢਾਈ ਸਤ ਥਾਈ ਹੋਏ ਸਹਾਇ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤ ਥਾਈ ਹੋਏ ਸਹਾਇ। ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਿਧਾਨ ਦਿਸ਼ਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਤੋਂ ਸਾਹਿਬਜ਼ਾਦਿਆਂ 40 ਮੁਕਤਿਆਂ ਅੱਠੀਆਂ ਜਪੀਆਂ ਕਬੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ। ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਗੜ ਕੀਤਾ। ਕਿਰਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੇ ਦਿੱਤੇ ਬੰਦ ਬੰਦ ਕਟਾਏ। ਕੋਪੜੀਆਂ ਹੋਈਆਂ ਚੜ੍ਹਦੀਆਂ ਤੇ ਚੜ੍ਹੇ। ਧਨ ਆਰਿਆਂ ਨਾਲ ਚਲਾਏ ਪੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀ ਹਾਰਿਆ। ਸਿੱਖੀ ਕੇਤਾ ਤੋਂ ਅਸਰ ਸੰਗ ਨਿਭਾਈ। ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕੀਤਾ ਹੈ। ਜੇ ਚਾਵਨ ਕਾ ਸਦਕਾ ਸਰ ਸੁਖ ਹੋਵੇ। ਜਾਨ ਜਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਦੇਖ ਕੇ ਫਤਿਹ। ਮਿਰਤ ਕੀ ਪੈਜ ਪੰਥੀ ਕੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿ ਦਾਨ ਵੇਖ ਦਾਨ ਦਾਨ ਭਰੋਸਾ ਦਾਨ ਦਾਨਾ ਤੇ ਦਾਨ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਠੰਡੇ ਹੋਣਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨੀਵਾ ਮਤ ਕੀ ਮਤ ਦਾ ਰੱਖਾ ਵਾਹਿਗੁਰੂ। ਇਹ ਕਾਰਨ ਆਪਣੇ ਪੰਥ ਦੇ ਸਦਾ ਸਾਈ ਦਾ ਸਾਰ ਜੀਓ। ਇਹਨਾਂ ਧਨ ਸਾਹਿਬ ਤੋਂ ਗੁਰਦੁਆਰਾ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਜੁੜੇ ਗਿਆ ਖੁੱਲੇ ਜੰਗੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਬਖਸ਼ੋ। ਨਿਰਮਾਣਿਆਂ ਦੇ ਨਾਲ ਨਿਤਾਣਿਆਂ ਦੇ ਕਾਣ ਉੱਠਿਆ ਦਿਓ। ਸੱਚੇ ਪਿਤਾ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਧਾਨ ਧੰਨਵਾਦ। ਅੰਮ੍ਰਿਤ ਵੇਲੇ ਤੋਂ ਆਗਿਆ ਨੇ ਖੁੱਲੇ ਦਿਦਾਰੇ ਬਖਸ਼ੇ ਹਨ। ਧੰਨ ਧੰਨ ਮਾਤਾ ਰਾਜ ਕੌਂਡੀ ਆਪ ਜੀ ਦੇ ਪੂਰਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਕੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਸਥਾਨ ਹੋਈ ਦੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਨੇ। ਸਜੇ ਹੋਏ ਦੀਵਾਨਾਂ ਦੇ ਅੰਦਰ ਪੰਜਾਂ ਬਾਣੀਆਂ ਦੇ ਨਿਤਨੇ ਮਾਤਾ ਜੀ ਵਾਰ ਦੇ ਸ਼ਬਦ ਕੀਰਤਨ ਸ਼ਬਦ ਦੀ ਵਿਚਾਰ ਹੋਈ ਹੈ। ਛੇ ਪੌੜੀ ਗ੍ਰੰਥ ਸਾਹਿਬ ਜੀ ਕੀ ਅਰਦਾਸ ਅੱਖਰਵਾਦ ਪਾਠ ਕੋਈ ਤੋਂ ਮਾਫ ਕਰਨਾ ਸਰਬੱਤ ਦੇ ਕਾਰਜ ਰਾਜ ਕਰਨਾ। ਬੜੀ ਬਾਣੀ ਦਾ ਪ੍ਰਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਸੰਗਤਾਂ ਦੀਆਂ ਦਿਲ ਭੇਟਾਂ ਪ੍ਰਵਾਨ ਕਰਨੀਆਂ। ਆਪਣੇ ਦਿਲੋਂ ਘਰੋਂ ਨਾਮ ਦੀ ਦਾਤ ਮਨ ਦੀ ਸ਼ੁਭ ਭਾਵਨਾ ਪੂਰਨ ਕਰਨੀਆਂ। ਸਰਦਾਰ ਕੁਲਦੀਪ ਬਾਣੀ ਜੀ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਤੋਂ ਬੜਾ ਪਸਾਈ ਦੇਖ ਦੀ ਸੇਵਾ ਦੀ ਮਦਦ ਪ੍ਰਵਾਨ ਕਰਨੀ। ਪ੍ਰਵਾਨ ਲਿਆ ਪ੍ਰਸਾਦ ਨੂੰ ਸੰਗਤ ਵਿੱਚ ਵਸਾਉਣ ਦੀ ਆਗਿਆ ਬਖਸ਼ੋ। ਪਰਿਵਾਰ ਵਿੱਚ ਸੁਖ ਸ਼ਾਂਤੀ ਦੇ ਰੂਪ ਦਾ ਨਾਮ ਦਾ ਸਿੱਖੀ ਜੀਵਨ ਸਰੀਰਕ ਤੰਦਰੁਸਤੀਆਂ ਬਖਸ਼ੀਆਂ ਚੱਲਿਆ ਕਰਨ ਲਈ ਕਿਰਣ ਦੀ ਜਾਇਆ ਕਰਨਾ। ਬਾਣੀ ਪੜ੍ਹਦੇ ਬਾਣੀ ਸੁਣਦੇ ਕੀਰਤਨ ਕਥਾ ਕਰਦੇ ਨੌ ਦਰਬਾਰ ਦੀ ਹਾਜ਼ਰੀ ਪਾਉਂਦੇ ਉਹਨਾਂ ਨੂੰ ਪ੍ਰਣਾਮ ਕਰਨੀਆਂ। ਨਗਰਾਂ ਵਿੱਚ ਸੁਖ ਸ਼ਾਂਤੀ ਬਖਸ਼ਣ ਨਾਲ ਸੰਬੰਧੀ ਕਿਵੇਂ ਭਰਿਆ ਰੱਖਣਾ। ਦਰਗਾਹੀ ਲਾਈ ਪ੍ਰਮਾਣ ਸਾਹਿਬ ਦੀ ਸੰਗਤ ਨੂੰ ਹਾਲ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ ਸਰਬੱਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕੀਆ ਭਈ ਅਕਾਲ ਕੀ ਤੈ ਚਲਾਇਓ ਪੰਥ ਦਸ ਕਰ ਕੋ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਉਹ ਸ਼ਬਦ ਵੈਲ ਰਾਜ ਕਰੇਗਾ ਖਾਲਸਾ ਬਾਕੀ ਰਹਿ ਨਾ ਕੋਏ ਵਾਰ ਵੇ ਤਾਂ ਮਿਲਾਂਗੀ ਮੱਝੇ ਚਰਨ ਜੋਈ ਵਾਰ ਵੇ ਤਾਂ ਮਿਲਾਂਗੀ ਮੱਝੇ ਚਰਨ ਜੋਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਧ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਦ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਲਾਏ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਕਮ ਨਦੀ ਜੈ ਤਰਨੀ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਗਾਏ ਹੋਐ ਸਿਫਤ ਕਸਮ ਦੇ ਅਸੋ ਕੁਸੋ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਮਣਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ ਪੰਜਵਾਂ ਜਾਗੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਹੜਾ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਹੜਾ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੇ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਾਉ ਜਨ ਕੇ ਚਰਨ ਵਸੈ ਮੇਰਹਿ ਅਰੈ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਦੇਉ ਕਿਰਪਾਨੰਦ ਨਾਨਕ ਕੈ ਸੁਧ ਏਹੀ ਜਨ ਕੇ ਚਰਨ ਵਸੈ ਮੇਰਹਿ ਅਰੈ
ਸੰਗ ਪੁਨੀਤਾ ਦੇ ਜਨ ਕੇ ਧੂਰ ਦਿਓ ਕਿਰਪਾ ਨਿਤ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ 19 ਨਵੰਬਰ ਨੂੰ ਆ ਰਿਹਾ ਹੈ, ਉਸੇ ਸੰਬੰਧ ਵਿੱਚ 17 ਤਰੀਕ ਨੂੰ 17 ਨਵੰਬਰ ਗੁਰੂ ਘਰ ਤੋਂ ਨਗਰ ਕੀਰਤਨ ਸਜਾਇਆ ਜਾਣਾ ਹੈ ਔਰ 1 ਤਰੀਕ ਤੋਂ ਲੈ ਕੇ 16 ਤਰੀਕ ਤੱਕ ਪ੍ਰਭਾਤ ਫੇਰੀਆਂ ਕੱਢੀਆਂ ਜਾਣੀਆਂ। ਉਸ ਨੂੰ ਬੇਨਤੀ ਹੈ ਕਿ ਜਿਸ ਮਾਈ ਭਾਈ ਨੇ ਪ੍ਰਭਾਤ ਫੇਰੀ ਮੁਕਤ ਹੋਈ ਉਹ ਸਮੇਂ ਸਿਰ ਦਫ਼ਤਰ ਵਿੱਚ ਜਾ ਕੇ ਪ੍ਰਭਾਤ ਫੇਰੀ ਮੁਕਤ ਕਰਾ ਸਕਦਾ ਹੈ। ਸੋ ਬੇਨਤੀ ਹੈ ਕਿ ਸਾਰੇ ਸਮਾਗਮ ਆਪ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਨੇ। ਆਪ ਜੀ ਨੇ ਜਿੱਥੇ ਧੰਨ ਕਰਕੇ ਸੇਵਾ ਕਰਨੀ ਹੈ, ਧੰਨ ਕਰਕੇ ਸੇਵਾ ਕਰਨੀ ਹੈ, ਉੱਥੇ ਮਨ ਕਰਕੇ ਵੀ ਗੁਰੂ ਘਰ ਦੀ ਸੇਵਾ ਕਰਕੇ ਸਾਰੇ ਸਮਾਗਮਾਂ 'ਚ ਹਾਜ਼ਰੀ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।